ਸਫਲ 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 ਭਈ ਯਾਤਰਾ ਦੁਨੀਆ ਦੇ ਵਿੱਚ ਆ ਕਰਕੇ ਜੋ ਸ਼੍ਰੀਮੰਤ ਸੰਤ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਨੇ ਇੰਨੀ ਵੱਡੀ ਘਾਲਣਾ ਘਾਲੀ ਹੈ। ਅੱਜ ਉਸ ਘਾਲਣਾ ਨੂੰ ਆਪ ਸੰਗਤਾਂ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਵਿਸ਼ੇਸ਼ ਰੂਪ ਵਿੱਚ ਸਾਡੇ ਨਾਲ ਬਾਬਾ ਜਗਜੀਤ ਸਿੰਘ ਜੀ ਹਾਜ਼ਰ ਨੇ, ਕਾਕਾ ਵੀਰ ਜੀ, ਜਿਨ੍ਹਾਂ ਦਾ ਕਿ ਜੀਵਨ ਹੀ ਸਾਰਾ ਇਸ ਸੇਵਾ ਨੂੰ ਸਮਰਪਿਤ। ਜਿੰਨੀਆਂ ਵੀ ਆਪਾਂ ਅਕਾਲ ਅਕੈਡਮੀਜ਼ ਜਾਂ ਹੋਰ ਵੱਡੀਆਂ ਵੱਡੀਆਂ ਬਿਲਡਿੰਗਸ ਦੇਖਦੇ ਹਾਂ, ਉਹ ਸਾਰਾ ਇਹਨਾਂ ਦੇ ਪ੍ਰਬੰਧ ਹੇਠ ਸਾਰੀ ਉਸਾਰੀ ਹੋਈ। ਤੇ ਇਸ ਵਕਤ ਅਸੀਂ ਬੜੂ ਸਾਹਿਬ ਦੀ ਧਰਤੀ ਤੇ ਬੈਠੇ ਹਾਂ। ਸਾਡੇ ਪਿੱਛੇ ਜੋ ਆਪ ਇਸ ਵਕਤ ਦਰਸ਼ਨ ਕਰ ਰਹੇ ਹੋ, ਪਿੱਛੇ ਬਾਬਾ ਇਕਬਾਲ ਸਿੰਘ ਜੀ ਦਾ ਅੰਗੀਠਾ, ਤੇ ਸੰਗਤਾਂ ਨਿਰੰਤਰ ਇਸ ਸਥਾਨ ਤੇ ਬੈਠ ਕੇ ਗੁਰਬਾਣੀ ਗੁਰਮੰਤਰ ਦਾ ਜਾਪ ਕਰ ਰਹੀਆਂ ਨੇ। ਤੇ ਅਸੀਂ ਇਸ ਮੌਕੇ ਬਾਬਾ ਜੀ ਦੀ ਉਸ ਮਹਾਨ ਘਾਲਣਾ ਨੂੰ, ਉਹਨਾਂ ਦੀ ਉਸ ਮੁਸ਼ੱਕਤ ਨੂੰ ਯਾਦ ਕਰਾਂਗੇ ਜੋ ਉਹਨਾਂ ਨੇ ਇਸ ਧਰਤੀ ਦੇ ਉੱਤੇ ਆ ਕੇ ਸਾਰਾ ਇਹ ਪਰਉਪਕਾਰ ਕੀਤਾ। ਸੋ ਸਭ ਤੋਂ ਪਹਿਲਾਂ ਤਾਂ ਬਾਬਾ ਜੀ ਫਤਿਹ ਸਾਂਝੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਾਬਾ ਜੀ, ਤੁਹਾਡਾ ਬਾਬਾ ਇਕਬਾਲ ਸਿੰਘ ਜੀ ਦੇ ਨਾਲ ਜਿਹੜਾ ਮੇਲ ਹੁੰਦਾ, ਪਹਿਲਾਂ ਤਾਂ ਅਸੀਂ ਉਹ ਜਾਣਨਾ ਚਾਹਾਂਗੇ ਕਦੋਂ ਤੋਂ ਤੁਸੀਂ ਇਸ ਸੰਸਥਾ ਦੇ ਨਾਲ ਜੁੜੇ ਜਾਂ ਕਿਵੇਂ ਜੁੜੇ? ਬਾਬਾ ਜੀ ਸਾਡੇ ਪਿੰਡਾਂ ਦੇ ਵਿੱਚ ਜਾਂਦੇ ਸੀ ਜਦੋਂ ਨਾਹਨ ਡਿਪਟੀ ਡਾਇਰੈਕਟਰ ਸੀ ਜੀ, ਕਿਉਂਕਿ ਸਾਡੇ ਪਿੰਡ ਦੇ ਕੋਲ ਉਕਲਾਣਾ ਪਿੰਡ ਸੀ, ਜੋ ਬਾਬਾ ਜੀ ਦੀ ਵੱਡੀ ਭੈਣ ਉੱਥੇ ਵਿਆਹੀ ਹੋਈ ਸੀ। ਅੱਛਾ ਜੀ। ਤੇ ਉੱਥੇ ਜਾਂਦੇ ਸੀ। ਕੁਛ ਇੱਥੇ ਬਗਰੋਟੀ ਨਾਲ ਹੈ, ਉੱਥੋਂ ਦੇ ਕੁਝ ਰਿਸ਼ਤੇਦਾਰ ਸੀ, ਉਹਨਾਂ ਨੂੰ ਬਾਬਾ ਜੀ ਵੀ ਉਹ ਪ੍ਰੇਮ ਨਾਲ ਮਿਲਣ ਜਾਂਦੇ ਸੀ ਜੀ। ਤੇ ਦਾਸ ਬਹੁਤ ਛੋਟਾ ਸੀ, ਕੋਈ 8-10 ਸਾਲ ਦੀ ਉਮਰ 'ਚ। ਅੱਛਾ ਜੀ। ਉਦੋਂ ਬਾਬਾ ਜੀ ਹੋਰਾਂ ਦੇ ਦਰਸ਼ਨ ਹੋਏ। ਅੱਛਾ ਜੀ। ਤੇ ਬਾਬਾ ਜੀ ਹੋਰਾਂ ਨੇ ਸਹਿਜ ਸੁਭਾਏ ਬਚਨ ਕੀਤਾ ਵੀ ਕਾਕਾ ਮੂਲ ਮੰਤਰ ਕਰਿਆ ਕਰ। ਹਾਂਜੀ। ਤੇ ਇਸ ਤਰ੍ਹਾਂ ਦਾ ਸੁਭਾਅ ਬਣ ਗਿਆ ਵੀ ਰਾਤ ਨੂੰ ਸੌਣ ਲੱਗਿਆ ਜ਼ਰੂਰ ਮੂਲ ਮੰਤਰ ਦਾ ਪਾਠ ਕਰਕੇ ਸੌ ਜਾਣਾ ਜੀ। ਸਮਾਂ ਥੋੜਾ ਬੀਤਦਾ ਗਿਆ ਤੇ ਸਨ 78 ਦੇ ਵਿੱਚ ਗਰਮੀਆਂ ਸੀ ਤੇ ਆਉਣ ਦਾ ਸਬੱਬ ਬਣ ਗਿਆ ਇੱਥੇ। ਅੱਛਾ, 78 ਦੇ ਵਿੱਚ? 78 ਚ। ਉਦੋਂ ਬਾਬਾ ਜੀ ਨਾਹਨ ਡਿਪਟੀ ਡਾਇਰੈਕਟਰ ਸੀ। ਅੱਛਾ ਜੀ। ਤੇ ਦਾਸ ਪਹਿਲੋਂ ਬਾਬਾ ਜੀ ਕੋਲ ਆ ਕੇ 1 ਹਫ਼ਤਾ ਠਹਿਰਿਆ। ਹਫ਼ਤੇ ਤੋਂ ਬਾਅਦ ਫਿਰ ਇੱਕ ਬੱਸ ਉਸ ਵੇਲੇ ਇੱਥੇ ਆਉਂਦੀ ਸੀ। ਅੱਛਾ ਜੀ। ਇੱਕ ਬੱਸ ਜਾਂਦੀ ਸੀ, ਇੱਕ ਆਉਂਦੀ ਸੀ ਅੱਗੇ ਰਾਜਗੜ੍ਹ ਨੂੰ। ਅੱਛਾ। ਉਸ ਬੱਸ ਤੇ ਆਏ ਤੇ ਕੋਈ 2.5 ਕਿਲੋਮੀਟਰ ਪੈਦਲ ਆਉਣਾ ਪੈਂਦਾ ਸੀ ਬੜੂ ਸਾਹਿਬ, ਸੜਕ ਨਹੀਂ ਸੀ ਹੈਗੀ। ਅੱਛਾ, ਹੁਣ ਵੀ ਉਹ ਜਿਹੜਾ ਮੋੜ ਆਉਂਦਾ ਇੱਕ ਹਾਂਜੀ ਮੋੜ, ਹਾਂਜੀ, ਉੱਥੋਂ 2.5 ਕਿਲੋਮੀਟਰ ਅੱਗੇ 2.5 ਕਿਲੋਮੀਟਰ ਪੈਦਲ ਆਉਣਾ ਪੈਂਦਾ ਸੀ। ਹਾਂਜੀ। ਤੇ ਇੱਥੇ ਸਿਰਫ ਇੱਕ ਕੱਚਾ ਗੁਰੂ ਘਰ ਸੀ। ਹਾਂਜੀ। ਇੱਕ ਹੁਣ ਜਿਹੜਾ ਨਾਲ ਇੱਕ ਰਸੋਈ ਟਾਈਪ ਜਾਂ ਦਾਣੇ ਦੂਣੇ ਰੱਖਣ ਨੂੰ ਜਾਂ ਸੌਣ ਨੂੰ ਇੱਕ ਕੱਚਾ ਗੁਰਦੁਆਰਾ ਸੀ। ਅੱਛਾ ਜੀ। ਤੇ 4 ਛੋਟੇ ਛੋਟੇ ਕਮਰੇ ਸੀ 10 ਬਾਈ 10 ਦੇ। ਅੱਛਾ ਜੀ। ਜਦੋਂ ਮੈਂ ਇੱਥੇ ਪਹੁੰਚਿਆ 78 ਦੇ ਵਿੱਚ ਇੰਨੀ ਕੁ ਸੀ ਇੱਥੇ ਆਬਾਦੀ। ਤੇ ਕੋਈ ਬਾਬਾ ਜਵਾਲਾ ਸਿੰਘ ਜੀ ਹੁੰਦੇ ਸੀ। ਅੱਛਾ ਜੀ। ਉਹ ਇੱਥੇ ਪਰਮਾਨੈਂਟ ਰਹਿੰਦੇ ਸੀ। ਹਾਂਜੀ। ਕੋਈ 2-4 ਸਿੰਘ ਹੋਰ ਰਹਿੰਦੇ ਸੀ। ਅੱਛਾ ਜੀ। ਬਾਕੀ ਉਹ ਨਾਲ ਬਗਰੋਟੀ ਇੱਕ ਛੋਟਾ ਜਿਹਾ ਹੈ, ਉੱਥੇ ਰਹਿੰਦੇ ਸੀ। ਅੱਛਾ ਜੀ। ਤੇ ਮੈਂ ਕੋਈ ਮਹੀਨਾ ਕੁ ਰਹਿ ਕੇ ਇੱਥੇ ਅੱਛਾ ਜੀ ਚਲਾ ਗਿਆ ਵਾਪਸ। ਠੀਕ ਹੈ। ਗਰਮੀ ਦੀਆਂ ਛੁੱਟੀਆਂ ਜਿਹੜੀਆਂ ਹੋਈਆਂ। ਅੱਛਾ ਜੀ। ਉਸ ਟਾਈਮ ਤੁਸੀਂ ਉਸ ਟਾਈਮ ਆਇਆ ਜੀ। ਫਿਰ ਸਮਾਂ ਬੀਤਦਾ ਗਿਆ, ਕੋਈ ਐਸਾ ਸਬੱਬ ਬਣਿਆ ਕਿ ਮੈਂ ਥੋੜਾ ਢਿੱਲਾ ਹੋ ਗਿਆ ਤੇ ਕਿਤੇ ਮੇਰਾ ਇਲਾਜ ਨਾ ਹੋਇਆ। ਅੱਛਾ। ਫਿਰ ਮਨ ਚ ਆਇਆ ਵੀ ਮੈਂ ਬੜੂ ਸਾਹਿਬ ਚਲ ਜਾਣਾ। ਅੱਛਾ ਜੀ। ਤੇ ਮੈਂ ਇੱਥੇ 12 ਦਸੰਬਰ 1984 ਨੂੰ ਬਾਬਾ ਜੀ ਚਰਨਾਂ 'ਚ ਪਹੁੰਚ ਗਿਆ। ਅੱਛਾ ਜੀ। ਉਦੋਂ ਬਾਬਾ ਜੀ ਸ਼ਿਮਲੇ ਵਿੱਚ ਡਾਇਰੈਕਟਰ ਸੀ। ਅੱਛਾ ਜੀ। ਅੱਛਾ ਜੀ। ਉੱਥੇ ਹਾਂ ਔਨ ਡਿਊਟੀ ਸੀ। ਅੱਛਾ ਜੀ। ਤੇ ਪਹੁੰਚ ਗਿਆ ਤੇ ਮੈਂ ਪਹਿਲੋਂ ਥੋੜੇ ਦਿਨ ਅਜੇ ਮੈਨੂੰ ਆਏ ਨੂੰ ਹੋਏ ਸੀ ਤੇ ਬਾਬਾ ਜੀ ਆ ਗਏ। ਅੱਛਾ। ਬਾਬਾ ਜੀ ਜਿਵੇਂ ਹੀ ਆਏ, ਮੈਂ ਮੱਥਾ ਟੇਕਿਆ ਤੇ ਬਾਬਾ ਜੀ ਹੋਰਾਂ ਨੇ
ਸਹਿਜ ਸੁਭਾਏ ਬਚਨ ਕੀਤੇ, ਕਾਕਾ ਕਿੱਥੇ ਤੂੰ ਜਿਹੜਾ ਛੁਪ ਗਿਆ, ਮਤਲਬ ਖੜੀਚ ਗਿਆ ਸੀ। ਅੱਛਾ ਜੀ, ਅੱਛਾ ਖੜੀਚ ਗਿਆ। ਹਾਂ, ਕਿੱਥੇ ਤੂੰ ਖੜੀਚ ਗਿਆ ਸੀ, ਅੱਛਾ ਜੀ, ਤੈਨੂੰ ਅਸੀਂ ਲੱਭਦੇ ਫਿਰਦੇ ਸੀ। ਐਸਾ ਬਾਬਾ ਜੀ ਨੇ ਬਚਨ ਕੀਤੇ। ਤੇ ਆਪਣੇ ਕਰ ਕਮਲਾ ਨਾਲ ਮੈਨੂੰ ਆਪਣੇ ਬੜੇ ਪਿਆਰ ਨਾਲ ਆਪਣੀ ਮੂੰਹ ਤੇ ਕੇਸਾਂ ਤੇ ਮੇਰੇ ਹੱਥ ਆਪਣੇ ਆਪਣੇ ਚਿਹਰੇ ਤੇ ਮੁਖਾਰਬਿੰਦ ਤੇ ਐਸਾ ਫੇਰ ਕੇ ਤੇ ਮੈਨੂੰ ਥੋੜਾ ਉਪਦੇਸ਼ ਦਿੱਤਾ ਉਹਨਾਂ ਨੇ ਕਿ ਅਗਲਾ ਜੀਵਨ ਤੂੰ ਕੀ ਕਰਨਾ ਹੈ। ਪਰ ਮੈਨੂੰ ਉਦੋਂ ਸਮਝ ਨਹੀਂ ਸੀ ਵੀ ਬਾਬਾ ਜੀ ਕੀ ਕਹਿ ਰਹੇ ਨੇ। ਬਚਪਨਾ ਸੀ। ਹਾਂਜੀ, ਕਿੰਨੀ ਕੁ ਉਮਰ ਹੋਏਗੀ ਬਾਬਾ ਜੀ ਉਦੋਂ? ਜਦੋਂ ਮੈਂ ਦੁਬਾਰਾ ਆਇਆ ਉਦੋਂ 16 ਸਾਲ ਦੀ ਉਮਰ। 16 ਸਾਲ ਦੀ ਉਮਰ ਸੀ। ਹਾਂਜੀ, ਪਰ ਉਦੋਂ ਕੋਈ ਮੈਨੂੰ ਐਸਾ ਦਾ ਨਹੀਂ ਸੀ ਵੀ ਵੀ ਅਸੀਂ ਮਹਾਂਪੁਰਸ਼ਾਂ ਦੇ ਬਚਨ ਮੰਨਣੇ ਨੇ ਜਾਂ ਕੋਈ ਇਸ ਤਰ੍ਹਾਂ ਦਾ ਕੁਝ ਸੋਝੀ ਨਹੀਂ ਸੀ ਹੈਗੀ ਜੀ। ਤੇ ਤੁਸੀਂ ਤਾਂ ਆਪਣੇ ਉਹਦੇ ਕਰਕੇ ਆਏ ਸੀ, ਜਿਹੜੀ ਸਿਹਤ ਠੀਕ ਨਹੀਂ ਸੀ ਜਿਹੜੀ ਸੋਚ। ਚਲੋ ਮੈਂ ਇੱਥੇ ਕੋਈ ਮਹੀਨਾ ਕਰਿਆ, ਫਿਰ ਦੁਬਾਰਾ ਤੇ ਮੇਰੀ ਸਿਹਤ ਠੀਕ ਹੋ ਗਈ। ਮੈਂ ਬਾਬਾ ਜੀ ਨੂੰ ਫਿਰ ਬਾਬਾ ਜੀ ਦੁਬਾਰਾ ਆਏ, ਐਤਵਾਰ ਆਉਂਦੇ ਹੁੰਦੇ ਸੀ। ਅੱਛਾ ਜੀ। ਤੇ ਮੈਂ ਬਾਬਾ ਜੀ ਨੂੰ ਬੇਨਤੀ ਕੀਤੀ, ਮਹਾਰਾਜ ਵੀ ਮੈਂ ਚਲਾ ਜਾਵਾਂ। ਐਕਚੁਅਲ ਮੈਂ ਜਿਵੇਂ ਭੂਤ ਪ੍ਰੇਤ ਜਿਹੜੇ ਕਹਿੰਦੇ ਨਾ ਵੀ ਉਹ ਭੂਤ ਪ੍ਰੇਤਾਂ ਵਾਲਾ ਸਿਸਟਮ ਮੇਰੇ ਤੇ ਸੀ। ਅੱਛਾ। ਮੈਂ ਬਹੁਤ ਜਗ੍ਹਾ ਘੁੰਮਿਆ, ਬਹੁਤ ਮਹਾਂਪੁਰਸ਼ਾਂ ਕੋਲ, ਦੇਵੀ ਦੇਵਤਿਆਂ ਕੋਲ, ਮੱਠਾਂ ਕੋਲ, ਕੋਈ ਜਗ੍ਹਾ ਨਹੀਂ ਛੱਡੀ। ਅੱਛਾ, ਮਤਲਬ ਉਸ ਉਮਰ ਦੇ ਵਿੱਚ ਵੀ ਮੈਂ ਉਹਦੇ ਪਰੋਂ ਕੋਈ ਜੋ ਜਿੰਨੇ ਘਰਦਿਆਂ ਨੇ ਵੀ ਹੋਰ ਵੀ ਤੇ ਮੈਂ ਆਪਣੇ ਆਪ ਹੀ ਫਿਰ ਇੱਥੇ ਆ ਗਿਆ। ਅੱਛਾ। ਜਿਵੇਂ ਮਹਾਰਾਜ ਨੇ ਕੋਈ ਸੋਝੀ ਬਖਸ਼ੀ ਤੇ ਇੱਥੇ ਆ ਕੇ ਮੈਂ ਠੀਕ ਹੋ ਗਿਆ। ਅੱਛਾ। ਤੇ ਮੈਂ ਸਗੋਂ ਇੱਕ ਜਲ ਦੀ ਵੀ ਇੱਕ ਬੋਤਲ ਲੈ ਆਇਆ ਵੀ ਅੰਮ੍ਰਿਤ ਹੁੰਦਾ ਹੈ ਜੀ। ਤੇ ਬਾਬਾ ਜੀ ਨੇ ਮੈਨੂੰ ਆਂਦਿਆਂ ਹੀ ਕਿਹਾ ਵੀ ਕਾਕਾ ਇਹਨੂੰ ਸਿੱਟ ਦੇ। ਅੱਛਾ। ਵੀ ਇਹ ਕੁਝ ਮਤਲਬ ਕਿਸੇ ਉਹ ਮੜੀ ਸਮਝ ਲਓ ਉਹ ਜਿਵੇਂ ਦਿੰਦੇ ਆ ਆਮ। ਤੇ ਉਹ ਮੈਂ ਕਿਹਾ ਮਹਾਰਾਜ ਮੈਂ ਠੀਕ ਹੈਗਾ ਤੇ ਮੈਂ ਲੈ ਲਾ। ਕਹਿੰਦੇ ਤੇਰੀ ਮਰਜ਼ੀ ਹੈ। ਅੱਛਾ। ਬਾਬਾ ਜੀ ਨੇ ਆਂਦਿਆਂ ਮੈਨੂੰ ਇਹ ਕਿਹਾ। ਚਲੋ ਮੈਂ ਠੀਕ ਹੋ ਗਿਆ ਤੇ ਮੈਂ ਆਗਿਆ ਲਈ ਤੇ ਬਾਬਾ ਜੀ ਕਹਿੰਦੇ ਤੇਰੀ ਖੁਸ਼ੀ ਹੈ। ਤੇ ਮੈਂ ਘਰ ਗਿਆ ਤੇ ਮੈਂ ਜਿਵੇਂ ਹੀ ਘਰ ਪਹੁੰਚਿਆ ਫਿਰ ਉਸ ਤਰ੍ਹਾਂ ਹੀ ਹੋ ਗਿਆ। ਫਿਰ ਮੈਂ ਬਸ ਅਗਲੇ ਦਿਨ ਸਵੇਰੇ ਰਾਤ ਹੀ ਉੱਥੇ ਰੁਕਿਆ ਤੇ ਵਾਪਸ ਫਿਰ ਆ ਗਿਆ। ਫਿਰ ਮਨ ਚ ਠਾਣ ਕੇ ਹੀ ਆ ਗਿਆ ਵੀ ਹੁਣ ਮੈਂ ਵਾਪਸ ਘਰ ਨਹੀਂ ਆਣਾ। ਅੱਛਾ। ਆਪਣੇ ਉਸ ਚੀਜ਼ ਤੋਂ ਇੰਨੇ ਸੀਗਾ। ਬਸ ਫਿਰ ਮੈਂ ਕਿਹਾ ਵੀ ਹੁਣ ਮੈਂ ਘਰ ਆਉਣਾ ਹੀ ਨਹੀਂ ਹੈ ਤੇ ਨਾ ਹੀ ਕਿਸੇ ਨੂੰ ਨਾਲ ਲੈ ਕੇ ਜਾਣਾ, ਮਤਲਬ ਕੋਈ ਮੈਨੂੰ ਵਾਪਸ ਨਾ ਲੈ ਆਵੇ। ਅੱਛਾ, ਇਕੱਲੇ ਹੀ ਆਏ ਫਿਰ? ਇਕੱਲੇ ਹੀ। ਮੈਂ ਸ਼ਿਮਲੇ ਹੀ ਚਲਾ ਗਿਆ ਬਾਬਾ ਜੀ ਕੋਲ। ਅੱਛਾ, ਸਿੱਧਾ ਮੈਂ ਆ ਕੇ ਸਿੱਧਾ ਸ਼ਿਮਲੇ ਬਾਬਾ ਜੀ ਕੋਲ ਚਲਾ ਗਿਆ। ਅੱਛਾ। ਸ਼ਿਮਲੇ ਉਹਨਾਂ ਦੀ ਬਾਲੂਗੜ੍ਹ ਦੀ ਕੋਠੀ ਹੁੰਦੀ ਸੀ ਤੇ ਉੱਥੋਂ ਬਾਬਾ ਜੀ ਹੋਰਾਂ ਨੇ ਫਿਰ ਮੈਨੂੰ ਇੱਥੇ ਭੇਜਤਾ ਵੀ ਜਾ ਬੜੂ ਸਾਹਿਬ ਚਲਾ ਜਾ। ਤੇ ਮੈਂ ਫਿਰ ਇੱਥੇ ਪਹੁੰਚ ਗਿਆ। ਤੇ ਉਦੋਂ ਬਹੁਤ ਛੋਟਾ ਜਿਹਾ ਇੱਕ ਸੀ, ਮਤਲਬ ਉਸ ਵੇਲੇ ਬੜੂ ਸਾਹਿਬ ਬਹੁਤ ਛੋਟਾ ਸੀ, ਕੋਈ ਰਸਤਾ ਤਾਂ ਕੋਈ ਹੈ ਨਹੀਂ ਸੀ। ਫਿਰ ਸਮਾਂ ਪਾ ਕੇ ਇੱਕ ਕੱਚੀ ਸੜਕ ਬਣੀ ਜੀਪੇ ਵੱਲ, ਜੀਪੇ ਵੱਲ ਸੜਕ ਬਣੀ, ਕੁਝ ਸੰਗਤ ਆਉਣ ਲੱਗ ਗਈ ਤੇ ਬਿਲਡਿੰਗ ਦਾ ਕੰਮ ਸ਼ੁਰੂ ਹੋ ਗਿਆ। ਅੱਛਾ ਜੀ। ਉਸ ਵੇਲੇ ਹੈਰਾਨਗੀ ਦੀ ਗੱਲ ਹੈ ਵੀ ਜਿਹੜੀ ਬਿਲਡਿੰਗ ਦਾ ਕੰਮ ਬਹੁਤ ਸਾਰਾ ਜਿਹੜਾ ਇਲਾਕਾ ਸੀ ਨਾ, ਇਹ ਸਾਰਾ ਆਉਂਦਾ ਸੀ। ਉਹਨੂੰ ਕਹਿੰਦੇ ਸੀ ਜਿਵੇਂ ਆਪਾਂ ਕਾਰ ਸੇਵਾ ਕਹਿੰਦੇ ਆ, ਇੱਥੇ ਦੇ ਲੋਕ ਕਹਿੰਦੇ ਸੀ ਹੇਲਾ। ਅੱਛਾ। ਵੀ ਹੇਲਾ ਕਰਨ ਜਾਣਾ। ਅੱਛਾ ਜੀ। ਤੇ ਇਹ ਸਾਰਾ ਇਲਾਕਾ ਆ ਕੇ ਲੈਂਟਰ ਪਾਉਂਦਾ ਸੇਵਾ 'ਚ। ਅੱਛਾ ਜੀ। ਸੇਵਾ 'ਚ ਲੈਂਟਰ ਪਾ ਕੇ ਤੇ ਸ਼ਾਮ ਨੂੰ ਘਰ ਚਲ ਜਾਂਦਾ ਸੀ। ਅੱਛਾ ਜੀ। ਮਤਲਬ ਹਰ ਹਫਤੇ 'ਚ 2 ਵਾਰੀ ਤਕਰੀਬਨ ਲੈਂਟਰ ਪੈਣੇ ਤੇ ਸਾਰਾ ਇਲਾਕਾ ਆ ਜਾਣਾ, 150-200 ਬੰਦਾ। ਅੱਛਾ। ਤੇ ਆ ਕੇ ਉਹਨਾਂ ਨੇ ਸੇਵਾ ਕਰਕੇ ਬੜੇ ਪ੍ਰੇਮ ਨਾਲ ਤੇ ਚਲੇ ਜਾਣਾ। ਕਰਦੇ ਕਰਦੇ ਸਮਾਂ ਬਾਅਦ ਜਿਵੇਂ ਹੀ ਮੈਂ ਫਿਰ ਬਾਬਾ ਜੀ ਕੋਲ ਦੁਬਾਰਾ ਆਇਆ ਤੇ ਕੁਝ ਦਿਨਾਂ ਬਾਅਦ ਹੀ ਬਾਬਾ ਜੀ ਹੋਰਾਂ ਨੇ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ। ਇੱਥੇ ਸਰਦਾਰ ਭਜਨ ਸਿੰਘ ਜੀ ਹੋਰੀ ਹੁੰਦੇ ਸੀ ਇੱਥੇ, ਸਾਰਾ ਮੈਨੇਜਰ ਟਾਈਪ ਜਿਹੜੀ ਸੇਵਾ ਕਰਦੇ ਸੀ। ਤੇ ਉਹਨਾਂ ਨੂੰ ਮੈਨੂੰ ਮਹਾਂਪੁਰਸ਼ਾਂ ਨੇ ਕਹਿ ਦਿੱਤਾ ਵੀ ਇਹਨਾਂ ਨੂੰ ਤੁਸੀਂ ਸਾਰਾ ਦੱਸੋ ਕਰੋ। ਮਤਲਬ ਛੋਟੀ ਜੀ ਜਦੋਂ ਉਸ ਉਮਰ 'ਚ ਮੈਂ ਆਇਆ ਤੇ ਮੈਨੂੰ ਕਾਫੀ ਜ਼ਿੰਮੇਵਾਰੀਆਂ ਬਾਬਾ ਜੀ ਹੋਰਾਂ ਨੇ ਬਿਲਡਿੰਗ ਦੀਆਂ ਹੋਰ ਇਸ ਤਰ੍ਹਾਂ ਦੀਆਂ ਦੇ ਦਿੱਤੀਆਂ ਤੇ ਉਹ ਸੇਵਾ ਸ਼ੁਰੂ ਹੋ ਗਈ। ਚਲੋ ਮੇਰਾ ਥੋੜਾ ਜਿਹਾ ਟੈਕਨੀਕਲੀ ਦਿਮਾਗ ਸ਼ੁਰੂ ਤੋਂ ਹੀ ਜਿਵੇਂ ਮਿਸਤਰੀਆਂ ਮੁਸਤਰੀਆਂ ਦਾ ਉਹ ਟਰੈਕਟਰਾਂ ਟੁਕਟਰਾਂ ਦਾ ਇਸ ਤਰ੍ਹਾਂ ਦਾ ਨੇਚਰ ਸੀ। ਮੈਂ ਉਹ ਆਟੋ ਇਲੈਕਟ੍ਰਿਕ ਦਾ ਕੰਮ ਵੀ ਜਾਣਦਾ ਸੀ, ਕੁਝ ਬਿਜਲੀ ਦਾ ਜਾਣਦਾ ਸੀ। ਅੱਛਾ ਜੀ।
ਤੇ ਆ ਕੇ ਮੈਂ ਉਹ ਸ਼ੁਰੂ ਕਰ ਇੱਥੇ ਫਿਰ ਉਹ ਇੱਥੇ ਜਿਹੜੀ ਬਿਜਲੀ ਸੀ ਨਾ ਉਦੋਂ ਸਿੰਗਲ ਬਹੁਤ ਘੱਟ ਵੋਲਟੇਜ ਆਉਂਦੀ ਸੀ, ਬਹੁਤ ਦੂਰ ਟਰਾਂਸਫਾਰਮਰ ਸੀ। ਮਤਲਬ ਰਾਤ ਨੂੰ ਉਸ ਲਾਈਟ ਤੇ ਪੜਿਆ ਨਹੀਂ ਸੀ ਜਾਂਦਾ, ਮਤਲਬ ਇੰਨੀ ਦੀਵੇ ਇੱਕ ਜਿੰਨੀ ਜਗਦੀ ਹੁੰਦੀ ਸੀ। ਤੇ ਫਿਰ ਇੱਥੇ ਜਾਪ ਸ਼ੁਰੂ ਹੋ ਗਿਆ। ਅੱਛਾ ਜੀ। ਆਸਾਈ ਵਾਰ ਸ਼ੁਰੂ ਹੋ ਗਈ, ਬਾਬਾ ਜਵਾਲਾ ਸਿੰਘ ਹੋਰੀ ਲਾਣ ਲੱਗ ਗਏ। ਅੱਛਾ ਜੀ। ਤੇ ਬਾਬਾ ਜੀ ਜਿਵੇਂ ਜਿਵੇਂ ਉਪਦੇਸ਼ ਦੇਣ ਲੱਗੇ, ਮੈਂ ਜਿਵੇਂ ਉਹ ਰਾਤ ਦਾ ਪਹਿਰਾ ਕਰਨ ਲੱਗ ਗਿਆ। ਅੱਛਾ ਜੀ। ਤੇ ਬਾਬਾ ਜੀ ਦੇ ਹੁਕਮ ਦੇ ਵਿੱਚ ਪਹਿਰਾ ਕਰਦੇ ਕਰਦੇ ਉਹ ਜ਼ਿੰਮੇਵਾਰੀਆਂ ਥੋੜ੍ਹੀਆਂ ਵੱਧਦੀਆਂ ਗਈਆਂ ਜੀ। ਫਿਰ ਬਿਲਡਿੰਗ ਦਾ ਕੰਮ ਦੇਖਣ ਲੱਗ ਗਿਆ। ਫਿਰ ਮੈਂ ਬਾਬਾ ਜੀ ਨੂੰ ਬੇਨਤੀ ਕੀਤੀ, ਮਹਾਰਾਜ ਲਾਈਟ ਜਿਹੜੀ ਹੈ ਇੱਥੇ, ਉਹ ਸਾਡੇ ਕੋਲ ਨਾ ਇੱਕ ਬਾਬਾ ਜੀ ਹੋਰਾਂ ਨੇ ਉਦੋਂ ਲਿਆਂਦੇ ਹੋਏ ਸੀ ਸਮਾਗਮਾਂ ਵਾਸਤੇ ਦੀਵੇ। ਅੱਛਾ ਜੀ। ਤੇ ਆਪਣੇ ਗੈਸ ਜਿਹੜੇ ਉਹ ਟੇਬਲ ਲੈਂਪ ਟਾਈਪ ਉਹ ਗੈਸ ਨਾਲ ਭਰਦੇ ਸੀ, ਉਹ ਲੱਗਦਾ ਉਹ ਜਗਦਾ ਹੁੰਦਾ ਸੀ। ਉਹ ਇੱਕ ਦਿਨ ਫਟ ਗਿਆ ਤੇ ਉਹ ਚਾਦਰਾਂ ਨੂੰ ਅੱਗ ਲੱਗ ਗਈ। ਅੱਛਾ। ਮੈਂ ਮਹਾਰਾਜ ਬਾਬਾ ਨੂੰ ਬੇਨਤੀ ਕਿ ਵੀ ਆਪਾਂ ਜਨਰੇਟਰ ਲੈ ਆਈ, ਕਹਿੰਦੇ ਚਲਾਏਗਾ ਕੌਣ? ਮਹਾਰਾਜ ਮੈਂ ਚਲਾ ਲਾਂਗਾ, ਮੈਨੂੰ ਆਉਂਦਾ ਹੈ। ਅੱਛਾ। ਬਾਬਾ ਕਹਿੰਦੇ ਜਾ। ਉਹ ਡਾਕਟਰ ਅੰਕਲ ਖੇਮ ਸਿੰਘ ਜੀ ਹੁੰਦੇ ਸੀ ਲੁਧਿਆਣੇ ਯੂਨੀਵਰਸਿਟੀ ਚ ਉਸ ਟਾਈਮ, ਵਾਈਸ ਚਾਂਸਲਰ ਬਾਅਦ ਚ ਬਣੇ, ਪਹਿਲਾਂ ਡਾਇਰੈਕਟਰ ਸੀ। ਅੱਛਾ ਜੀ। ਤੇ ਮੈਨੂੰ ਭੇਜਿਆ ਵੀ ਜਾਓ ਉੱਥੋਂ, ਫਿਰ ਇੱਕ 5 ਕਿਲੋਵਾਟ ਦਾ ਜਨਰੇਟਰ ਲਿਆਂਦਾ। ਲਿਆ ਕੇ ਲੁਧਿਆਣੇ ਤੋਂ ਡਾਕਟਰ ਸਾਹਿਬ ਹੋਰਾਂ ਨੇ ਲੈ ਦਿੱਤਾ ਤੇ ਮੈਂ ਲੈ ਕੇ ਆ ਗਿਆ ਤੇ ਇੱਥੇ ਆ ਕੇ ਲਾ ਦਿੱਤਾ। ਉਹ ਲਾਈਟ ਚਲੋ ਜਨਰੇਟਰ ਨਾਲ ਪੂਰੀ ਹੋ ਗਈ ਜਿੰਨਾ ਕਿ ਦਾਇਰਾ ਹੈਗਾ ਸੀ। ਉਸ ਤੋਂ ਬਾਅਦ ਚਲੋ ਜਿਹੜੇ ਤੁਸੀਂ ਦੇਖੋ ਉਸ ਵੇਲੇ, ਮਤਲਬ ਅੱਜ ਵੀ ਮੈਨੂੰ ਯਾਦ ਨੇ ਵੀ ਸਾਡੇ ਕੋਲ 213 ਲੈਂਪਾਂ। ਅੱਛਾ। ਉਸ ਵੇਲੇ ਇੱਕ ਉਹ ਹੁੰਦਾ ਸੀ, ਉਹ ਦੀਵੇ ਦੇ ਉੱਤੇ ਉਹ ਲੱਗਦਾ ਹੁੰਦਾ ਸੀ, ਉਹ ਜਿਵੇਂ ਦੀਵਾ ਉਹਦੇ ਉੱਤੇ ਗਲਾਸ ਲੱਗ ਜਾਂਦਾ, ਗਲਾਸ ਲੱਗਦਾ ਵੀ ਹਵਾ ਨਾ ਬੁਝੇ ਨਾ, ਉਹ ਕੋਈ 65। ਤੇ ਫਿਰ ਉਹ ਗੈਸ ਵਾਲੇ ਉਹ ਕੋਈ 85। ਮਤਲਬ ਪੂਰਾ ਅਸੀਂ ਰੱਖਿਆ ਹੋਇਆ ਸੀ ਵੀ ਜੇ ਕੋਈ ਸਮਾਗਮ ਹੋਣਾ, ਵਿਸਾਖੀ ਦਾ ਸਮਾਗਮ ਹੁੰਦਾ ਸੀ। ਅੱਛਾ, ਵਿਸਾਖੀ ਦਾ ਫਿਰ ਥੋੜੀ ਬਿਲਡਿੰਗ ਬਣ ਗਈ, ਲੈਟਰਿੰਗ ਬਾਥਰੂਮਾਂ ਚ ਰੱਖਣਾ, ਕੋਈ ਉਦੋਂ ਬੂਹਾ ਬਾਰੀ ਨਹੀਂ ਸੀ ਹੁੰਦਾ। ਅੱਛਾ। ਤੇ ਪੰਜਾਬ ਤੋਂ ਫਿਰ ਪਰਾਲੀ ਲੈ ਆਈ ਦੀ ਸੀ। ਅੱਛਾ। ਤੇ ਪਰਾਲੀ ਲਿਆ ਕੇ ਤੇ ਉਹ ਥੱਲੇ ਵਿਛਾ ਲੈਣੀ ਤੇ ਉੱਤੇ ਦਰੀਆਂ ਵਿਛਾ ਲੈਣੀਆਂ। ਅੱਛਾ। ਤੇ ਬਾਬਾ ਜੀ ਹੋਰਾਂ ਨੇ ਮਿੰਟਰੀ ਦੇ ਕੰਬਲ ਸੀ ਮਿਲਦੇ ਕਾਲੇ ਮੋਟੇ, ਮੋਟਾ ਕੰਬਲ, ਮੋਟਾ ਉੱਤੇ ਵੀ ਉਹੀ ਤੇ ਪਰਾਲੀ ਦੇ ਉੱਤੇ ਵਿਛਾ ਕੇ ਵੀ ਉਹੀ ਆਰਾਮ ਕਰਨ ਨੂੰ ਉਹੀ ਹੁੰਦਾ ਸੀ। ਅੱਛਾ। ਤੇ ਬਾਬਾ ਜੀ ਹੋਰਾਂ ਦਾ ਇੱਕ ਛੋਟਾ ਜਿਹਾ ਕਮਰਾ ਹੋਣਾ ਤੇ ਬਾਬਾ ਜੀ ਨੇ ਜਦੋਂ ਆਣਾ ਨਾ ਸਮਾਗਮ ਤੇ ਕੋਈ ਸੰਗਤ ਆਉਣੀ, ਦਿੱਲੀ ਤੋਂ ਆਣੀ ਸ਼ੁਰੂ ਹੋ ਗਈ, ਬਾਬਾ ਜੀ ਹੋਰਾਂ ਨੇ ਉਸ ਕਮਰਾ ਆਪਣਾ ਸੰਗਤ ਨੂੰ ਦੇ ਦੇਣਾ। ਅੱਛਾ। ਤੇ ਆਪ ਉਹ ਪਰਾਲੀ ਦੇ ਵਿੱਚ ਆ ਕੇ ਆਰਾਮ ਕਰਨ ਲੱਗ ਜਾਣਾ। ਕਹਿੰਦੇ ਸੰਗਤ ਜਿਹੜੀ ਬਾਬਾ ਜੀ ਕੋਲ ਕਮਰਾ ਸੀ ਉਹਨੂੰ ਦੇ ਦੇਣਾ ਤੇ ਆਪ ਪਰਾਲੀ ਤੇ ਆ ਕੇ ਸੌ ਜਾਣਾ। ਇੱਥੋਂ ਤੱਕ ਉਹ ਪਰਾਲੀ ਹਾਲ ਵੱਡਾ ਬਣ ਗਿਆ ਕਾਫੀ। ਤੇ ਇੱਕ ਵਾਰੀ ਪਰਾਲੀ ਦਾ ਢਿੱਗ ਲੱਗਾ ਸੀ, ਬਾਬਾ ਜੀ ਆ ਕੇ ਆਰਾਮ ਕਰ ਗਿਆ, ਸਾਨੂੰ ਬਾਬਾ ਜੀ ਨਾਲ ਲੱਭਣ ਪਰਾਲੀ ਜ਼ਿਆਦਾ ਸੀ। ਉਹ ਫਿਰ ਬਾਬਾ ਜੀ ਚਲੋ ਥੋੜਾ ਦਿਨ ਅਸੀਂ ਸਾਰੇ 2-3 ਸੇਵਾਦਾਰ ਹੋ ਗਏ ਤੇ ਉਹ ਹੋ ਗਿਆ ਤੇ ਬਾਬਾ ਜੀ ਨੂੰ ਤਾਂ ਅਸੀਂ ਲੱਭਿਆ ਵੀ ਬਾਬਾ ਜੀ ਕਿੱਥੇ ਚਲੇ ਗਏ। ਉੱਪਰ ਬਾਬਾ ਜੀ ਪਰਾਲੀ ਉੱਤੇ ਵੀ ਪਰਾਲੀ ਲਈ ਹੋਈ ਤੇ ਥੱਲੇ ਵੀ, ਮਤਲਬ ਸਿਆਲ ਦਾ ਦਿਨ ਸੀ, ਮਤਲਬ ਬਾਬਾ ਜੀ ਦਾ ਰਹਿਣ ਸਹਿਣ ਇੰਨਾ ਸਿੰਪਲ ਬਿਲਕੁਲ। ਫਿਰ ਬਾਬਾ ਜੀ ਦੁਬਾਰਾ ਇੱਕ ਗੱਲ ਮੈਂ ਇੱਥੇ ਸੰਗਤ ਜੀ ਨਾਲ ਜੋੜਦਾ ਜਾਵਾਂ, ਇਹ ਸਾਰਾ ਕੁਝ ਉਸ ਵੇਲੇ ਦੀਆਂ ਗੱਲਾਂ ਨੇ ਜਦੋਂ ਮੇਰੇ ਖਿਆਲ ਡਾਇਰੈਕਟਰ ਐਗਰੀਕਲਚਰ ਹੋਣਗੇ ਉਸ ਵੇਲੇ। ਬਾਬਾ ਜੀ ਉਦੋਂ ਹਾਂਜੀ ਡਾਇਰੈਕਟਰ ਐਗਰੀਕਲਚਰ ਹਿਮਾਚਲ ਪ੍ਰਦੇਸ਼ ਦੇ, ਕਿਉਂਕਿ ਸਭ ਤੋਂ ਵੱਡਾ ਉਹਦਾ ਹੁੰਦਾ ਹੈ ਜਿਹੜਾ ਡਾਇਰੈਕਟਰ ਐਗਰੀਕਲਚਰ, ਜਿਹੜੇ ਟੈਕਨੀਕਲ ਲਾਈਨ ਦੇ ਵਿੱਚੋਂ ਜਿਹੜੇ ਅਫਸਰ ਗਾਂ ਆਉਂਦੇ ਨੇ, ਉਹ ਡਾਇਰੈਕਟਰ ਐਗਰੀਕਲਚਰ ਉਹਨਾਂ ਦਾ ਸਭ ਤੋਂ ਵੱਡਾ ਉਹਦਾ। ਸੋ ਸੌਦੇ ਤੇ ਰਹਿੰਦਿਆਂ ਹੋਇਆਂ ਸੋ ਸਿਰਫ ਬਾਕੀਆਂ ਨੂੰ ਨਹੀਂ ਉਹਨਾਂ ਨੇ ਸਾਦਗੀ ਦਾ ਉਪਦੇਸ਼ ਦਿੱਤਾ, ਉਹਨਾਂ ਨੇ ਖੁਦ ਵੀ ਉਹ ਸਾਦਗੀ ਜਿਹੜੀ ਉਹਨਾਂ ਦੇ ਜੀਵਨ 'ਚ ਸੀ। ਬਾਬਾ ਜੀ ਤੋਂ ਜਿਹੜੀਆਂ ਇਹੋ ਜਿਹੀਆਂ ਸਾਡੀਆਂ ਚੀਜ਼ਾਂ ਜਦੋਂ ਅਸੀਂ ਵੇਖਦੇ ਸੀ, ਬਾਬਾ ਜੀ ਦਾ ਰਹਿਣ ਸਹਿਣ, ਖਾਣ ਪੀਣ, ਬਾਬਾ ਜੀ ਨੇ ਹੱਥ ਤੇ ਹੀ ਪ੍ਰਸ਼ਾਦਾ ਲੈ ਲੈਣਾ, ਉੱਤੇ ਹੀ ਸਬਜ਼ੀ ਰੱਖ ਲੈਣੀ ਤੇ ਉਹ ਬੁੱਕ ਨਾਲ ਹੀ ਪਾਣੀ ਪੀ ਲੈਣਾ। ਚਸ਼ਮਾ ਚੱਲਦਾ ਹੁੰਦਾ ਸੀ, ਉਹ ਚਸ਼ਮੇ ਤੇ ਇਸ਼ਨਾਨ ਜਾ ਕੇ ਕਰ ਲੈਣਾ। ਕੋਈ ਮਤਲਬ ਉਸ ਤਰ੍ਹਾਂ ਹੀ ਸਿੰਪਲ ਹੀ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਉੱਠਣਾ, ਜਾ ਕੇ ਅਸੀਂ ਵੀ ਨਾਲੇ ਹੀ ਚੱਲ ਜਾਣਾ ਤੇ ਮਤਲਬ ਉਦੋਂ ਬਾਬਾ ਜੀ ਇਸ਼ਨਾਨ ਕਰਕੇ ਤੇ ਬਸ ਕੋਈ ਸਾਬਣ ਨਹੀਂ ਲਾਣਾ, ਕੋਈ ਤੇਲ ਨਹੀਂ ਲਾਣਾ। ਅੱਛਾ। ਮਤਲਬ ਫਿਰ ਬਾਬਾ ਜੀ ਨੂੰ ਅਸੀਂ ਸਹਿਜ ਪੁੱਛਿਆ ਵੀ ਮਹਾਰਾਜ ਆਪ ਜੀ ਅਸੀਂ ਲਾਉਂਦੇ ਸੀ। ਅੱਛਾ। ਵੀ ਬਾਬਾ ਜੀ ਆਪ ਜੀ ਸਾਬਣ ਨਹੀਂ ਲਾਉਂਦੇ, ਤੇਲ ਨਹੀਂ ਲਾਉਂਦੇ। ਫਿਰ ਬਾਬਾ ਜੀ ਨੇ ਸਮਝਾਇਆ, ਬੇਟਾ ਅਸੀਂ ਸੰਤੇਜਾ ਸਿੰਘ ਜੀ ਮਹਾਰਾਜ ਦੇ ਟਾਈਮ ਤੇ 65 ਦੇ ਵਿੱਚ ਅੱਛਾ ਸਾਬਣ ਤੇਲ ਛੱਡ ਦਿੱਤਾ ਸੀ। ਅੱਛਾ। ਮਤਲਬ ਤੁਸੀਂ ਦੇਖੋ ਵੀ ਬਾਬਾ ਜੀ ਨੇ ਚਾਹ ਤੇ ਸਾਬਣ ਤੇ ਤੇਲ, ਅੱਛਾ, ਇਹ ਆਪਣੇ ਨਾ ਚਾਹ ਪੀਤੀ, ਅੱਛਾ, ਤੇ ਨਾ ਹੀ ਸਾਬਣ ਤੇਲ ਲਾਸਟ ਤੱਕ
ਅੱਛਾ ਬਾਬਾ ਜੀ ਦੇ ਸਵਾਸਾਂ ਤੱਕ ਬਾਬਾ ਜੀ ਸਿਰਫ ਜਲ ਪਾਣੀ ਜਦੋਂ ਕਿਰਿਆ ਕਰਮ ਲਈ ਜਾਣਾ ਤਾਂ ਸਾਬਣ ਹੱਥਾਂ ਨੂੰ ਲਾ ਲੈਣਾ, ਅੱਛਾ ਬਾਕੀ ਨਹੀਂ। ਅੱਛਾ ਮਤਲਬ ਸਾਰੀ ਉਮਰ ਸਮਝ ਲਓ 65 ਤੋਂ ਲੈ ਕੇ ਬਾਬਾ ਜੀ ਕਹਿੰਦੇ 65 ਤੋਂ ਬਾਅਦ ਅਸੀਂ ਸਾਬਣ ਔਰ ਤੇਲ, ਨਾ ਕੇਸਾਂ ਨੂੰ ਕੋਈ ਤੇਲ। ਅੱਛਾ ਬਾਬਾ ਜੀ ਦੇ ਕੇਸ ਇੰਨੇ ਮੁਲਾਇਮ ਸੀ ਵੀ ਜਿਵੇਂ ਆਪਾਂ ਕੇਸਾਂ ਨੂੰ ਹੱਥ ਲਾਉਂਦੇ ਸੀ ਨਾ, ਐ ਲੱਗਦਾ ਸੀ ਜਿਵੇਂ ਬਿਲਕੁਲ ਰੂਹ ਤੋਂ ਵੀ ਅੱਛਾ ਨਰਮ, ਮਤਲਬ ਬਿਲਕੁਲ ਮਤਲਬ ਬਾਬਾ ਜੀ ਦੇ ਕੇਸਾਂ ਇੰਨੇ ਬਹੁਤ ਜ਼ਿਆਦਾ ਨਰਮ ਸੀ। ਅੱਛਾ ਔਰ ਕਦੇ ਵੀ ਬਾਬਾ ਜੀ ਦੇ ਸਰੀਰ ਤੇ ਨਹੀਂ, ਮੈਂ ਬਾਬਾ ਜੀ ਟਾਵਲ ਨਾਲ ਸਾਫ਼ ਕਰ ਲੈਣਾ ਬਸ, ਨਾ ਸਾਫ਼। ਅਸੀਂ ਫਿਰ ਦੇਖਾ ਦੇਖੀ ਬਾਬਾ ਜੀ ਤੋਂ ਆਗਿਆ ਲੈ ਕੇ ਵੀ ਫਿਰ ਚਾਹ ਵੀ ਛੱਡ ਦਿੱਤੀ ਜਦੋਂ ਫਿਰ ਸਾਰਿਆਂ ਨੂੰ। ਫਿਰ ਬਾਬਾ ਜੀ ਫਿਰ ਇੱਕ ਨਾ ਬਾਬਾ ਜੀ ਗਏ ਸਾਡੇ ਪਿੰਡਾਂ 'ਚ, ਫਿਰ ਦੁਬਾਰਾ ਉੱਥੋਂ ਉਗਰਾਈ ਸ਼ੁਰੂ ਹੋ ਗਈ ਕਣਕ ਦੀ, ਝੋਨੇ ਦੀ ਤੇ ਬਿਸਤਰਿਆਂ ਦੀ। ਇੱਥੇ ਬਿਸਤਰਿਆਂ ਦੀ ਲੋੜ ਸੀ ਤੇ ਉਹ ਇਲਾਕਾ ਸਾਰਾ ਹੀ ਬਾਬਾ ਜੀ ਨਾਲ, ਕਿਉਂਕਿ ਜਿਹੜਾ ਬਗਰੋਟੀ ਸੀ ਉੱਥੋਂ ਦੇ ਸਾਰੇ ਆਏ ਹੋਏ ਸੀ ਬਾਬਾ ਜੀ ਨਾਲ। ਉਸ ਉਕਲਾਣੇ ਬਾਬਾ ਜੀ ਦੀ ਭੈਣ ਹੋਣ ਕਰਕੇ ਉਹ ਸਾਰਾ ਸੰਗਤ ਜੁੜ ਗਈ। ਅੱਛਾ ਜੀ। ਫਿਰ ਉੱਥੋਂ ਬਿਸਤਰੇ ਆਣੇ ਸ਼ੁਰੂ ਹੋ ਗਏ, ਕਣਕ ਆਣੀ ਸ਼ੁਰੂ ਹੋ ਗਈ ਤੇ ਚਾਵਲ ਆਣੇ ਸ਼ੁਰੂ ਹੋ ਗਏ। ਇਸ ਤਰ੍ਹਾਂ ਦਾ ਫਿਰ ਉਹ ਰੁਝਾਨ ਬਣ ਗਿਆ। ਤਕਰੀਬਨ 4 ਸਾਲਾਂ ਦੇ ਵਿੱਚ ਅਸੀਂ 16 ਤੋਂ 20 ਸਾਲ ਦੀ ਉਮਰ ਦੇ 35 ਭੈਣ ਭਰਾ ਆ ਗਏ ਇੱਥੇ। ਅੱਛਾ ਜੀ। ਉਸ ਇਲਾਕੇ ਤੋਂ, ਉਸ ਇਲਾਕੇ ਤੋਂ 35 ਅਸੀਂ 35 ਭੈਣ ਭਰਾ ਅਸੀਂ ਯੰਗ ਉਮਰ ਦੇ ਵਿੱਚ ਬਾਬਾ ਜੀ ਕੋਲ ਆ ਗਏ। 4 ਸਾਲਾਂ ਚ ਉਹ 4 ਸਾਲਾਂ ਮਤਲਬ ਤੁਸੀਂ ਲਾ ਲਓ 84 ਤੱਕ। ਅੱਛਾ 84 ਤੋਂ 88 90 ਤੱਕ। ਅੱਛਾ ਜੀ। 35 ਅਸੀਂ ਆ ਗਏ, ਮਤਲਬ ਬਾਬਾ ਜੀ ਨੂੰ ਆਪਣੇ ਆਪ ਨੂੰ ਸਮਰਪਿਤ ਹੋ ਕੇ ਹੀ ਆ ਗਏ ਵੀ ਅਸੀਂ ਬਾਬਾ ਜੀ ਕੋਲ ਹੀ ਰਹਿਣਾ ਤੇ ਇੱਥੇ ਹੀ ਸਭ ਕੁਝ ਕਰਨਾ। ਅੱਛਾ। ਜਿੰਦੇ ਚ ਤਕਰੀਬਨ ਅਸੀਂ 12-15 ਭੈਣਾਂ ਹੋਣਗੀਆਂ ਤੇ ਬਾਕੀ ਅਸੀਂ 20 ਕੁ ਸਿੰਘ ਅਸੀਂ ਸਾਰੇ ਬਾਬਾ ਜੀ ਦੇ ਕੋਲ ਆ ਕੇ ਤੇ ਉਹ ਸੇਵਾ ਦੇ ਵਿੱਚ ਐਸਾ ਹੋਏ। ਫਿਰ ਬਾਬਾ ਜੀ ਇੱਥੋਂ ਕਰ ਵੀ ਇੰਨੀ ਰੰਗ ਵੱਜ ਗਿਆ ਸਾਰਾ ਦਿਨ ਸੇਵਾ ਦਾ। ਉਧਰੋਂ ਇਲਾਕੇ ਤੋਂ ਸੰਗਤ ਆਉਣ ਲੱਗੀ, ਫਿਰ ਦਿੱਲੀ ਤੋਂ ਸੰਗਤ ਆਉਣ ਲੱਗੀ ਤੇ ਮਤਲਬ ਉਹ ਗਹਿਮਾ ਗਹਿਮੀ ਆਰੰਭ ਹੋ ਗਈ। ਤੇ ਬਾਬਾ ਜੀ ਫਿਰ 87 ਚ ਰਿਟਾਇਰ ਹੋ ਗਏ 30 ਮਈ ਨੂੰ। ਅੱਛਾ ਜੀ। 30 ਮਈ 87 ਨੂੰ। ਉਹ 86 ਨੂੰ ਬਾਬਾ ਜੀ ਹੋਰਾਂ ਨੇ 5 ਬੱਚਿਆਂ ਨਾਲ ਇੱਥੇ ਬਾਬਾ ਜਵਾਲਾ ਸਿੰਘ ਜੀ ਹੁੰਦੇ ਸੀ। ਅੱਛਾ ਜੀ। ਉਹਨਾਂ ਦੇ ਜਿਹੜੇ ਨਾ 4 ਬੱਚੇ ਸੀ। ਇੱਥੇ ਇੱਕ ਮਸ਼ੇਰ ਸਕੂਲ ਸੀ ਪ੍ਰਾਇਮਰੀ ਤੱਕ। ਅੱਛਾ ਜੀ। ਉਹ ਪ੍ਰਾਇਮਰੀ ਤੱਕ ਤੋਂ ਬੱਚੇ ਪੜ ਗਏ ਉੱਥੇ ਤੇ ਉਹਨਾਂ ਦੇ ਘਰੋਂ ਮਾਤਾ ਸੁਰਜੀਤ ਕੌਰ ਸੀ, ਉਹ ਇੱਥੇ ਹੈਗੇ ਨੇ, ਉਹ ਸ਼ਾਹਬਾਦ ਦੇ ਸੀ। ਅੱਛਾ ਜੀ। ਉਹ ਚਾਹੁੰਦੇ ਸੀ ਵੀ ਬੱਚੇ ਅਸੀਂ ਲੈ ਜਾਈਏ ਸ਼ਾਹਬਾਦ ਜਾ ਕੇ ਪੜਾਈਏ ਤੇ ਬਾਬਾ ਜੀ ਨੇ ਸਹਿਜ ਸੁਭਾਅ ਕਿਹਾ ਵੀ ਆਪਾਂ ਸਕੂਲ ਹੀ ਖੋਲ ਦਿੰਦੇ ਆ। ਤੇ ਬਾਬਾ ਜੀ ਹੋਰਾਂ ਨੇ ਸਕੂਲ ਦੀ ਅਰਦਾਸ ਕਰ ਦਿੱਤੀ ਤੇ 5 ਬੱਚੇ ਇੱਥੋਂ ਸਥਾਨ ਦੇ ਇਕੱਠੇ ਕਰ ਲਏ। ਅੱਛਾ। ਤੇ ਸਥਾਨ ਦੇ ਇਕੱਠੇ ਕਰਕੇ ਤੇ ਬਾਬਾ ਜੀ ਹੋਰਾਂ ਨੇ, ਦਿੱਲੀ ਦੀ ਸੰਗਤ ਆਈ ਹੋਈ ਸੀ ਤੇ ਅਕਾਲ ਅਕੈਡਮੀ ਦੀ ਅਰਦਾਸ ਕਰਤੀ। ਅੱਛਾ। ਤੇ ਇੱਕ ਉਹ ਪ੍ਰਿੰਸੀਪਲ ਆਈ ਹੋਈ ਸੀ ਬੀਬੀ ਅਨੂਪ ਕੌਰ। ਅੱਛਾ। ਉੱਥੇ ਪ੍ਰਿੰਸੀਪਲ ਸੀ ਤੇ ਬਾਬਾ ਜੀ ਨੇ ਉਹਨਾਂ ਨੂੰ ਜ਼ਿੰਮੇਵਾਰੀ ਦੇ ਦਿੱਤੀ। ਸਰਦਾਰ ਪ੍ਰੀਤਮ ਸਿੰਘ ਹੋਰੀ ਹੁੰਦੇ ਸੀ ਉੱਥੇ, ਬਹੁਤ ਸੇਵਾ ਕਰਦੇ ਸੀ ਬਾਬਾ ਜੀ ਦੇ, ਰਜੌਰੀ ਗਾਰਡਨ ਰਹਿੰਦੇ ਸੀ ਤੇ ਉਹਨਾਂ ਦੀ ਉਹ ਬੇਟੀ ਸੀ ਤੇ ਉਹਨੂੰ ਇਸ ਜ਼ਿੰਮੇਵਾਰੀ ਦੇ ਦਿੱਤੀ। ਅੱਛਾ। ਪਹਿਲੇ ਸਾਲ ਚਲੋ 5 ਬੱਚਿਆਂ ਤੋਂ ਬਾਬਾ ਜੀ ਉਹਨਾਂ ਨੇ ਅਰਦਾਸ ਕੀਤੀ ਤੇ ਪਹਿਲੇ ਸਾਲ 37 ਬੱਚੇ। ਅੱਛਾ ਜੀ। ਹੋਰ ਆ ਗਏ। 37 ਬੱਚੇ ਉਹ ਆ ਗਏ ਵੀ ਜਿਹੜੇ ਨਹੀਂ ਸੀ ਘਰਾਂ 'ਚ ਮਾਤਾ ਪਿਤਾ ਉਹਨਾਂ ਨੂੰ ਪੜ੍ਹਾ ਸਕਦੇ। ਅੱਛਾ। ਵੀ ਬਿਲਕੁਲ ਵਿਗੜੇ ਹੋਏ, ਵੱਡੀ ਉਮਰ ਦੇ। ਅੱਛਾ। ਵੱਡੀ ਉਮਰ ਦੇ ਤੇ ਵਿਗੜੇ ਹੋਏ। ਅੱਛਾ। ਤੇ ਜਿਹੜੀਆਂ ਉਹ ਭੈਣਾਂ ਆਈਆਂ ਹੋਈਆਂ ਸੀ ਉਦੋਂ ਬਾਬਾ ਜੀ ਨਾਲ ਬੱਚੀਆਂ ਆ ਗਈਆਂ ਸਾਰੀਆਂ। ਹਾਂਜੀ ਹਾਂਜੀ। ਤੇ ਉਹਨਾਂ ਨੂੰ ਬਾਬਾ ਜੀ ਨੇ, ਕੋਈ +2 ਸੀ, ਕੋਈ BA ਸੀ, ਕੋਈ 10ਵੀਂ। ਬਾਬਾ ਜੀ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਇਹਨਾਂ ਨੂੰ ਸਵੇਰੇ ਨਿਤਨੇਮ ਕਰਾਓ ਤੇ ਇਹਨਾਂ ਨੂੰ ਪੜਾਓ ਤੇ ਕੁਝ ਟੀਚਰ ਰੱਖ ਲੈ। ਅੱਛਾ। ਨਿਤਨੇਮ ਵਾਲਾ ਪਹਿਰਾ, ਜਿਹੜਾ ਗੁਰਮਤ ਵਾਲਾ ਪਹਿਰਾ ਸੀ, ਉਹ ਬਾਬਾ ਜੀ ਨੇ ਉਪਦੇਸ਼ ਦੇ ਕੇ ਭੈਣਾਂ ਨੂੰ ਦੇਤਾ ਤੇ ਉਧਰੋਂ ਟੀਚਰ ਰੱਖੇ ਤੇ ਉਹ ਇੰਨੀ ਕੁ ਮਿਹਨਤ ਹੋਈ। ਜਿਹੜੇ ਉਹ 37 ਬੱਚੇ ਆਏ ਉਹ ਜਦੋਂ ਘਰਾਂ 'ਚ ਵਾਪਸ ਗਏ ਤਾਂ ਇੰਨੇ ਕੁ ਦੇਵਤਾ ਬਣ ਗਏ। ਅੱਛਾ। ਉਸ ਗੱਲ ਦਾ ਪ੍ਰਚਾਰ ਹੋ ਗਿਆ ਵੀ ਵਿਗੜੇ ਬੱਚੇ ਭੇਜ ਦਿਓ ਉੱਥੇ। ਅੱਛਾ। ਤੇ ਉਹ ਠੀਕ ਹੋ ਗਿਆ। ਮਤਲਬ ਜਿਹੜੀ ਅਕਾਲ ਅਕੈਡਮੀ ਦੀ ਮਸ਼ਹੂਰੀ ਜਿਹੜੀ ਹੋਈ, ਅੱਛਾ, ਇੱਥੋਂ ਸਟਾਰਟ ਹੋਈ। ਅੱਛਾ ਜੀ। ਉਧਰੋਂ ਫਿਰ ਬਾਬਾ ਜੀ ਹੋਰਾਂ ਦਾ ਮਨ ਕੀਤਾ ਵੀ ਆਪਾਂ ਬਿਰਧਾਂ ਨੂੰ, ਜਿਹੜੇ ਸੰਜੀ ਮਹਾਰਾਜ, ਸੰਤ ਤੇਜਾ ਸਿੰਘ ਮਹਾਰਾਜ ਦਾ ਇੱਕ ਉਪਦੇਸ਼ ਸੀ ਵੀ ਜਦੋਂ ਬੱਚੇ ਵਿਆਹੇ ਜਾਣ ਤੇ ਜਿਹੜੇ ਮਾਤਾ ਪਿਤਾ ਹੋ ਜਾਂਦੇ ਨੇ ਤੇ ਉਹ ਫਿਰ ਚੂਹੇ ਦੀ ਖੋਡੇ 'ਚ ਨਾ ਵੜਨ, ਉਹ ਕੌਮ ਲਈ ਕੁਛ ਕਰਨ।
ਤੇ ਬਾਬਾ ਜੀ ਹੋਰਾਂ ਦੇ ਮਨ 'ਚ ਫੁਰਨਾ ਆਇਆ ਵੀ ਆਪਾਂ ਬਿਰਧ ਆਸ਼ਰਮ ਬਣਾਈਏ, ਜਿਹੜਾ ਉਹ ਬਣਾਈਏ ਬਿਰਧ ਆਸ਼ਰਮ ਜਿਹੜੇ ਆ ਕੇ ਗੁਰਮਤਿ 'ਚ ਢਲ ਕੇ ਤੇ ਪ੍ਰਚਾਰ ਲਈ ਜਾਣ ਬਜ਼ੁਰਗ। ਅੱਛਾ ਜੀ। ਉਹ ਤਕਰੀਬਨ ਕੋਈ 17 ਕਿ 18 ਬਜ਼ੁਰਗ ਲਿਆਂਦੇ। ਅੱਛਾ ਜੀ। ਕੋਈ ਦਿੱਲੀ ਤੋਂ, ਕੋਈ ਚੰਡੀਗੜ੍ਹ ਤੋਂ, ਲੁਧਿਆਣੇ ਤੋਂ ਬਾਬਾ ਜੀ ਹੋਰਾਂ ਨੂੰ ਪ੍ਰੇਰ ਕੇ ਵੀ ਤੁਸੀਂ ਨਾਮ ਬਾਣੀ ਜਪੋਗੇ ਤੇ ਨਾਮ ਬਾਣੀ ਜਪ ਕੇ ਤੇ ਤਕੜੇ ਹੋ ਕੇ ਤੇ ਤੁਸੀਂ ਜਾ ਕੇ ਫਿਰ ਪਿੰਡਾਂ 'ਚ ਤੇ ਹੋਰ ਸ਼ਹਿਰਾਂ 'ਚ ਪ੍ਰਚਾਰ ਕਰੋ ਜੀ। ਉਹ ਤਕਰੀਬਨ 2.5 ਮਹੀਨੇ ਉਹ ਰਹਿ। ਕੋਈ ਕਹੇ ਜੀ ਮੇਰਾ ਪੋਤਾ ਦਾ ਵਿਆਹ ਆ ਗਿਆ, ਕੋਈ ਕਹੇ ਜੀ ਮੇਰੇ ਮੁੰਡੇ ਦਾ ਆ ਗਿਆ, ਕੋਈ ਮਤਲਬ ਕਿ ਉਹ ਟਿਕੇ ਨਹੀਂ, ਉਹ ਟਿਕੇ ਨਹੀਂ। ਮੋਹ ਦੇ ਵਿੱਚ ਇੰਨਾ ਕੁ ਉਹਨਾਂ ਨੂੰ ਮੋਹ ਨੇ ਖਿੱਚ ਲਿਆ ਤੇ ਫਿਰ ਬਾਬਾ ਜੀ ਕਹਿੰਦੇ ਨਹੀਂ ਵੀ ਇਹ ਮੋਹ ਵਾਲਾ ਕੰਮ ਇਹਨਾਂ ਨੇ ਨਹੀਂ ਕਰਨਾ ਤੇ ਹੁਣ ਆਪਾਂ ਬੱਚਿਆਂ ਨੂੰ ਹੀ ਅੱਛਾ ਜੀ ਵਿਦਿਆ ਦਾ ਪ੍ਰਸਾਰ ਕਰੀਏ ਸੰਜੀ ਮਹਾਰਾਜ ਦਾ। ਤੇ ਉਹ ਫਿਰ ਅਗਲੀ ਵਾਰੀ ਉਹ ਜਿਹੜਾ ਵਿਗੜੇ ਬੱਚਿਆਂ ਦਾ ਸੀ ਨਾ, ਵਿਗੜੇ ਬੱਚੇ ਸੁਧਰ ਜਾਂਦੇ ਨੇ। 137 ਬੱਚੇ ਹੋ ਗਏ। ਅੱਛਾ, ਮਤਲਬ ਜਿਹੜੇ 37 5 ਤੋਂ 37 ਹੋਏ, 5 ਤੋਂ 37 ਹੋਏ, 37 ਤੋਂ ਫਿਰ 137 ਜਾਂ 140 ਦੇ ਲਗਭਗ ਬੱਚੇ ਆ ਗਏ। ਉਹ ਬੱਚਿਆਂ ਦਾ ਵੀ ਜੀਵਨ ਇਸ ਤਰ੍ਹਾਂ ਹੀ, ਜਿਹੜੇ ਵਿਗੜੇ ਕੋ ਮਸ਼ਹੂਰੀ ਹੋ ਗਈ ਵੀ ਵਿਗੜੇ ਬੱਚੇ ਭੇਜ ਦਿਓ। ਅੱਛਾ ਜੀ। ਵੱਡੀ ਉਮਰ ਦੇ ਵੀ ਜਿਹੜੇ ਨਹੀਂ ਪੜ੍ਹਦੇ ਤੇ ਜਿਹੜੇ ਵਿਗੜੇ ਹੋਏ। ਚਲੋ ਫਿਰ ਹੋਰ ਮਿਹਨਤ ਹੋਈ, ਉਹ ਬੱਚੇ ਵੀ ਹੀਰਾ ਬਣ ਗਏ। ਸਵੇਰੇ ਬਾਬਾ ਜੀ ਨੇ ਨਾ ਨਿਤਨੇਮ ਚ ਕਰਾਣਾ ਤੇ ਉਹ ਨਾਮ ਬਾਣੀ ਨਾਲ ਪੜ੍ਹਾਈ ਬਾਬਾ ਜੀ ਆਪ। ਅੱਛਾ ਜੀ। ਫਿਰ ਕਿਉਂਕਿ 86 ਚ ਰਿਟਾਇਰ ਹੋ ਕੇ 87 ਚ ਬਾਬਾ ਜੀ ਆਪ ਹੀ ਆ ਗਏ। ਅੱਛਾ ਜੀ। ਤੇ ਬਾਬਾ ਜੀ ਆਪ ਕਲਾਸਾਂ ਲੈਣ ਲੱਗੇ ਤੇ ਨਾਲ ਉਹ ਗੁੱਡੀਆਂ ਦੀਆਂ ਵੀ ਲੈਣ ਲੱਗੇ ਵੀ ਉਹਨਾਂ ਨੂੰ ਪੜ੍ਹਾਉਣ ਲੱਗੇ ਵੀ ਤੁਸੀਂ ਅੱਗੇ ਪੜ੍ਹਾਉਣਾ। ਅੱਛਾ। ਤੇ ਜਿਹੜੀਆਂ ਬੱਚੀਆਂ ਆਈਆਂ ਸੀ ਜਿਹੜੀਆਂ ਜਿਹਨਾਂ ਨੂੰ ਕਹਿੰਦੇ ਵੀ ਇਹਨਾਂ ਦਾ ਨਿਤਨੇਮ ਦ੍ਰਿੜ ਕਰਾਓ। ਹਾਂਜੀ। ਕਰਦੇ ਕਰਦੇ ਉਹ ਬੱਚਿਆਂ ਨੂੰ ਇੰਨਾ ਪ੍ਰੇਮ ਹੋ ਗਿਆ ਤੇ ਮਾਤਾ ਪਿਤਾ ਨੂੰ ਵੀ ਹੋ ਗਿਆ, ਕਿਉਂਕਿ ਜਦੋਂ ਮਹਾਂਪੁਰਸ਼ ਆਪ ਹੀ ਪੜ੍ਹਾ ਰਹੇ ਸੀ ਤਾਂ ਫਿਰ ਮਾਤਾ ਪ੍ਰੇਮ ਉਹਨਾਂ ਨੂੰ, ਪੇਰੈਂਟਸ ਨੂੰ ਵੀ ਬਹੁਤ ਪ੍ਰੇਮ ਹੋ ਗਿਆ। ਜੋ ਅਗਲੀ ਵਾਰੀ ਹੋਇਆ ਕਿ ਵੀ ਤਕਰੀਬਨ 400 ਬੱਚਾ ਹੋ ਗਿਆ। 135 40 ਬੱਚਿਆਂ ਤੋਂ 400 ਬੱਚਾ ਸਿੱਧਾ 400। ਉਹ ਫਿਰ ਹੋਰ ਬਿਲਡਿੰਗ ਆਰੰਭ ਹੋ ਗਈ ਸਕੂਲ ਦੀ ਬਾਬਾ ਜੀ ਹੋਰਾਂ ਨੇ, ਪਰ ਉਦੋਂ ਸਾਧਨ ਨਹੀਂ ਸੀ ਹੁੰਦੇ ਤੇ ਪਹਾੜੀ ਹੱਥਾਂ ਨਾਲ ਹੀ ਕੱਟਣੀ ਪੈਂਦੀ ਸਾਰੀ। ਫਿਰ ਕਾਰ ਸੇਵਾ ਵਾਲੇ ਬਾਬਾ ਜੀ, ਬਾਬਾ ਭਜਨ ਸਿੰਘ ਹੋਰੀ ਆ ਗਏ, ਬਾਬਾ ਜਗਤਾਰ ਸਿੰਘ ਹੋਰਾਂ ਦੇ ਗੁਰਭਾਈ ਤਰਨ ਤਾਰਨ ਵਾਲਿਆਂ ਦੇ, ਉਹ ਆ ਗਏ। ਉਹ ਕਹਿੰਦੇ ਬਾਬਾ ਜੀ ਵੀ ਆਪਾਂ ਇੰਗਲੈਂਡ ਚੱਲਦੇ ਆ ਵੀ ਆਪਾਂ ਉਗਰਾਹੀ ਕਰਕੇ ਆਈਏ। ਉਹ ਇੰਗਲੈਂਡ ਪਹਿਲਾਂ ਜਾਂਦੇ ਸੀ ਉਗਰਾਹੀ ਕਰਨ। ਅੱਛਾ ਜੀ। ਤੇ ਜਿਹੜੀਆਂ ਉਹ ਬੱਚੀਆਂ ਤੇ ਉਹ ਬੱਚੇ ਆਏ ਸੀ ਉਹਨਾਂ ਚੋਂ ਕੀਰਤਨ ਕੁਝ ਕਰਨ ਲੱਗ ਗਏ ਬੱਚੇ। ਬਾਬਾ ਜੀ ਫਿਰ ਇੱਥੋਂ 4 ਕੇ 5 ਬੱਚਿਆਂ ਨੂੰ ਨਾਲ ਲੈ ਕੇ ਇੰਗਲੈਂਡ ਚਲੇ ਗਏ ਪਹਿਲੀ ਵਾਰੀ। ਅੱਛਾ ਜੀ। ਉਹ ਇੰਗਲੈਂਡ ਸੰਗਤ ਨੂੰ ਬਹੁਤ ਪ੍ਰਭਾਵਿਤ ਹੋਈ ਸੰਗਤ ਵੀ, ਇਹ ਬੱਚੇ ਮਤਲਬ ਇੰਗਲਿਸ਼ ਵੀ ਬੋਲ ਰਹੇ ਨੇ, ਕੀਰਤਨ ਵੀ ਕਰ ਰਹੇ ਨੇ। ਤੇ ਉਹ ਫਿਰ ਸਾਰੀਆਂ ਸੰਗਤਾਂ ਦਾ ਉਹ ਹੋ ਗਿਆ, ਪ੍ਰੇਮ ਜਾਗ ਪਿਆ। ਤੇ ਉਹ ਫਿਰ ਚਲੋ ਇੰਗਲੈਂਡ ਦੀ ਸੰਗਤ ਨੇ ਬੜੇ ਪ੍ਰੇਮ ਨਾਲ ਉਗਰਾਹੀ ਦਾ। ਮੇਰੇ ਖਿਆਲ 90 ਦੇ ਆਸ-ਪਾਸ ਦੀ ਗੱਲ ਹੋਏਗੀ ਬਾਬਾ ਜੀ। ਹਾਂ 90 ਦੀ, 90 92 ਦੇ ਵਿੱਚ, 88 ਚ ਤਕਰੀਬਨ ਬਾਬਾ ਜੀ ਸ਼ਾਇਦ 91 92 ਚ ਬਾਬਾ ਜੀ ਆ ਗਏ ਸੀ, ਬਾਬਾ ਭਜਨ ਸਿੰਘ। ਤੇ ਫਿਰ ਉਹ ਇੱਕ ਕਾਰਸੇ ਵਾਲੇ ਬਾਬਾ ਭਜਨ ਸਿੰਘ ਹੋਰਾਂ ਦਾ ਮਹਾਂਪੁਰਸ਼ਾਂ ਦਾ ਸੰਮੇਲ ਐਸਾ ਹੋਇਆ ਵੀ ਚਲੋ ਹੋਰ ਬਿਲਡਿੰਗਾਂ ਵਾਲਾ ਕੰਮ, ਕਿਉਂਕਿ ਬਾਬਾ ਜੀ ਦੀ ਇਹ ਸੀ ਵੀ ਆਪਾਂ ਉਹ ਵੀ ਕਰਾਉਣਾ ਤਾਂ ਮਹਾਂਪੁਰਸ਼ ਬਾਬਾ ਜੀ ਆਪ ਹੀ ਦੱਸਦੇ ਹੁੰਦੇ ਨੇ ਵੀ ਸਾਡੀ ਸੋਚ ਤਾਂ ਇਹ ਸੀ ਵੀ ਚਲੋ ਸਾਡੀ ਪੈਨਸ਼ਨ ਤੇ ਡਾਕਟਰ ਖੇਮ ਸਿੰਘ ਜੀ ਹੋਰਾਂ ਦੀ ਪੈਨਸ਼ਨ ਵੀ ਇਹਦੇ ਨਾਲ ਅਸੀਂ ਗੁਜ਼ਾਰਾ ਬੜੂ ਸਾਹਿਬ ਕਰ ਲਾਂਗੇ ਵੀ ਚਲੋ ਪੈਨਸ਼ਨ ਆ ਜਾਏਗੀ। ਤੇ ਕੁਛ ਇੱਥੇ ਉਦੋਂ ਫਸਲ ਬੀਜਣੀ ਸੀ ਨਾਲ ਸ਼ੁਰੂ ਹੋ ਗਈ ਤੇ ਉਹ ਚਲੋ ਉਹਦਾ ਕੁਛ ਹੋ ਜਾਏਗਾ ਤੇ ਆਪਾਂ ਇੰਨਾ ਕਰ ਲਾਂਗੇ। ਮੈਨੂੰ ਯਾਦ ਹੈ ਵੀ ਬਾਬਾ ਜੀ ਮਹੀਨੇ ਦਾ ਸਾਨੂੰ ਸੀ ਵੀ ਤੁਸੀਂ 10,000 ਰੁਪਇਆ ਖਰਚ ਕਰ ਸਕਦੇ ਸਾਰੇ ਮਹੀਨੇ ਦਾ। ਉਸ ਵੇਲੇ ਇੰਨੀ ਮਾਇਆ ਸੀ। ਹੋਇਆ ਕਿ ਵੀ ਜਿਹੜੇ ਚਾਚਾ ਅਸੀਂ ਉਹਨੂੰ ਚਾਚਾ ਹੀ ਸਾਦੇ ਹੁੰਦੇ ਭਜਨ ਸਿੰਘ ਜੀ ਹੋਰਾਂ, ਜਿਹੜੇ ਬਾਪੂ ਜੀ, ਤੇ ਉਹਨਾਂ ਕੋਲੋਂ ਖਰਚ ਹੋ ਗਿਆ 11,000 ਕੁਛ। ਤੇ ਬਾਬਾ ਜੀ ਆਏ ਤੇ ਉਹ ਉਦੋਂ ਅਜੇ ਜੌਬ ਪੇ ਸੀ ਉੱਥੇ ਸ਼ਿਮਲੇ। ਬਾਬੇ ਕਹਿੰਦੇ ਵੀ ਤੁਸੀਂ ਇੰਨਾ ਪੈਸਾ ਖਰਚ ਕਰ ਲਿਆ ਤੇ ਹੁਣ ਆ ਉਤਲੇ ਪੈਸੇ ਕਿੱਥੋਂ ਲਿਆਵਾਂਗੇ। ਸੱਚ ਜਾਣਨਾ ਵੀ ਜਦੋਂ ਵੀ ਰਾਤ ਨੂੰ ਇਹ ਹੋਣਾ ਨਾ ਵੀ ਅੱਜ ਪੈਸੇ ਨਹੀਂ ਹੈਗੇ ਜਾਂ ਸਰੀਆ ਨਹੀਂ ਹੈਗਾ ਜਾਂ ਸੀਮਟ ਨਹੀਂ ਹੈਗਾ ਤੇ ਫਿਕਰ ਹੋਣਾ ਵੀ ਹੁਣ ਸਵੇਰੇ ਹੈ ਨਹੀਂ ਕੁਛ, ਤਾਂ ਸਵੇਰ 2 ਦਿਨ ਨਹੀਂ ਸੀ ਟੱਪਦੇ। ਪਹਿਲੀ ਗੱਲ ਤਾਂ ਅਗਲੇ ਦਿਨ ਹੀ ਕੋਈ ਐਸਾ ਕੌਤਕ ਵਰਤਣਾ, ਮਤਲਬ ਕਿਸੇ ਸਿੰਘ ਨੇ ਦਿੱਲੀ ਤੋਂ ਆ ਜਾਣਾ ਜਾਂ ਬੰਬੇ ਤੋਂ ਆ ਜਾ ਕਿਸੇ ਸੰਗਤ ਨੇ ਆ ਜਾਣਾ ਤੇ ਮਾਇਆ ਆ ਜਾਣੀ ਤੇ ਜਾਂ ਸੀਮਟ ਦਾ ਸੰਦੇਸ਼ਾ ਆ ਜਾਣਾ ਵੀ ਅਸੀਂ ਉਦੋਂ ਸੀਮਟ ਪਰਮਿਟ ਤੇ ਮਿਲਦਾ ਸੀ।
ਖੁੱਲਾ ਨਹੀਂ ਸੀ ਮਿਲਦਾ, ਖੁੱਲਾ ਨਹੀਂ ਸੀ, ਪਰਮਿਟ ਦੇ ਸੀਮਿੰਟ ਪਰਮਿਟ ਤੇ ਸੀਮਿੰਟ ਤੇ। ਜਾਂ ਦਿੱਲੀੋਂ ਫਿਰ ਕੋਈ ਸੰਦੇਸ਼ਾ ਆ ਜਾਣਾ ਹਾਂਜੀ ਵੀ ਆਪਾਂ ਵੀ ਸੀਮਿੰਟ ਜਿਹੜਾ ਤੁਹਾਡਾ 1000 ਬੈਗ ਸੀਮਿੰਟ ਜਿਹੜਾ ਉਹ ਅੱਛਾ ਜੀ ਪਰਮਿਟ ਮਿਲ ਗਿਆ, ਹਾਂ 1000 ਜਾਂ 500 ਬੈਗ ਦਾ ਪਰਮਿਟ ਮਿਲ ਜਾਣਾ। ਜੀ ਜੀ ਤੇ ਉਸ ਤਰ੍ਹਾਂ ਕਰਦੇ ਕਰਦੇ ਮਤਲਬ 9000 10000 ਰੁਪਇਆ ਮਹੀਨੇ ਖਰਚ ਤੋਂ ਵੀ ਜੇ ਉੱਤੇ ਹੋ ਸੋ ਜਾਂਦਾ ਉਹ ਸੀ ਸਾਰਾ ਖਰਚਾ ਜਿਹੜਾ ਬਾਬਾ ਜੀ ਹੋਰਾਂ ਦੀ ਆਪਣੀ ਹਾਂਜੀ ਤੇ ਡਾਕਟਰ ਖੇਮ ਸਿੰਘ ਗਿੱਲ ਹੋਰਾਂ ਦੀ, ਹਾਂ ਵੀ ਬਾਬਾ ਜੀ ਦਾ ਇਹ ਸੀ ਵੀ ਇਹ ਵੀ ਇਸ ਤਰ੍ਹਾਂ ਅਸੀਂ ਕਰਾਂ। ਇਹਨੇ ਦਾਇਰੇ 'ਚ ਆਪਾਂ ਇਹਨੂੰ ਵਧਾਈ ਚੱਲਾਂਗੇ। ਪਰ ਸੋ- ਮਹਾਰਾਜ ਬਾਬਾ ਜੀ ਕਹਿੰਦੇ ਵੀ ਮਹਾਰਾਜ ਨੇ ਕਿਵੇਂ ਕਰਾਉਣਾ ਸੀ, ਆਹਾ ਸੰਜੀ ਮਹਾਰਾਜ ਸੰਤ ਤੇਜਾ ਸਿੰਘ ਮਹਾਰਾਜ ਨੇ ਮਹਾਂਪੁਰਸ਼ਾਂ ਨੇ ਵੀ ਕੀ ਲੀਲਾ ਵਰਤਾਈ, ਸਾਨੂੰ ਕਹਿੰਦੇ ਆਪ ਨਹੀਂ ਸਮਝ ਲੱਗੀ ਵੀ ਸੋ ਕਿੱਥੇ। ਸੰਗਤ ਜੀ ਵੇਖੋ ਸ਼ੁਰੂਆਤ, ਕਿਉਂਕਿ ਅੱਜ ਅਸੀਂ ਜਿੱਥੇ ਬੈਠੇ ਆ ਪਿੱਛੇ ਬਾਬਾ ਜੀ ਦਾ ਅੰਗੀਠਾ ਜਿਹੜਾ ਕਿ ਅਜੇ ਸੰਭਾਲਿਆ ਜਾਣਾ, ਪਰ ਅਸੀਂ ਇੱਥੇ ਬੈਠੇ ਆ, ਪਿੱਛੇ ਸੰਗਤਾਂ ਬੱਚੇ ਬੈਠ ਕੇ ਗੁਰਬਾਣੀ ਦਾ ਜਾਪ ਕਰ ਰਹੇ ਨੇ ਤੇ ਅਸੀਂ ਉਹਨਾਂ ਪਲਾਂ ਨੂੰ ਯਾਦ ਕਰ ਰਹੇ ਹਾਂ ਜਦੋਂ ਬਿਲਕੁਲ ਸ਼ੁਰੂਆਤ ਹੋਈ ਹੈ ਇਸ ਧਰਤੀ ਤੇ, ਬੜੂ ਸਾਹਿਬ ਦੀ ਧਰਤੀ ਤੇ। ਸਾਡੇ ਨਾਲ ਕਾਕਾ ਵੀਰ ਜੀ ਬਾਬਾ ਜਗਜੀਤ ਸਿੰਘ ਜੀ ਜਿਹੜੇ ਕਿ ਬਚਪਨ ਤੋਂ ਇਸ ਸੇਵਾ ਦੇ ਵਿੱਚ ਜੋ ਲੱਗੇ ਨੇ, 6 ਸਾਲ ਦੀ ਉਮਰ ਸੀ ਜਾਂ 6 ਮੈਂ 12 ਤੇ 13 ਸਾਲ ਦੀ 12-13 ਸਾਲ ਦੀ, ਹਾਂ 6ਵੀਂ ਕਲਾਸ ਦੇ ਵਿੱਚ ਸੀਗੇ ਜਦੋਂ ਇਹ ਇੱਥੇ ਆਏ ਨੇ। ਸੋ ਇਸ ਢੰਗ ਦੇ ਨਾਲ ਇਹ ਸਾਰਾ ਪੜਾਅ ਦਰ ਪੜਾਅ ਤੇ ਆਪਣੀ ਖੁਦ ਦੀ ਜਿਹੜੀ ਕਿਰਤ ਸੀਗੀ ਉਹਦੇ ਵਿੱਚੋਂ ਇਸ ਸੰਸਥਾ ਨੂੰ ਚਲਾਉਣ ਦਾ ਇੱਕ ਉਹਨਾਂ ਨੇ ਸੁਪਨਾ ਲਿਆ ਸੀ। ਜਿਹੜੇ ਵੀਰ ਜੀ ਹੋਰਾਂ ਨੇ ਸਾਨੂੰ ਦੱਸਿਆ ਕਿ 10,000 ਦੇ ਕਰੀਬ ਸਾਨੂੰ ਬਜਟ ਦਿੱਤਾ ਜਾਂਦਾ ਸੀ ਕਿ ਮਹੀਨੇ 'ਚ ਇੰਨਾ ਖਰਚ ਕਰਕੇ ਤੇ ਸੇਵਾ ਕਰੀ ਚਲੋ। ਸੋ ਉਸ ਤੋਂ ਅੱਗੇ ਫਿਰ ਕਿਵੇਂ ਵਿਸਥਾਰ ਹੁੰਦਾ ਉਹ ਵੀ ਆਪਾਂ ਹੁਣੇ ਸਰਵਣ ਕਰਦੇ। ਛੋਟਾ ਜਿਹਾ ਵਿਸ਼ਰਾਮ ਲੈ ਕੇ ਬਹੁਤ ਜਲਦੀ ਹਾਜ਼ਰ ਹਾਂ।